ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਿਲਾ ਚੌਥਾ। ਅੱਗੋ ਦੇ ਸਤ ਭਾਉ ਨ ਦੀਚੈ, ਪਿੱਛੋਂ ਦੇ ਆਖਿਆ ਕੰਮ ਨ ਆਵੈ। ਅੱਧ ਵਿੱਚ ਫਿਰੈ ਮਨ ਮੁਖ ਵਿਚਾਰਾ, ਗੱਲੀ ਕਿਉ ਸੁਖ ਪਾਵੈ। ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਸੋ ਕੂੜੀ ਆਵੈ ਕੂੜੀ ਜਾਵੈ। ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੈ। ਤਾਂ ਆਪਿਓ ਪੀਵੈ ਸ਼ਬਦ ਗੁਰ ਕੇਰਾ, ਸਭ ਕਾੜਾ ਅੰਦੇਸਾ ਭਰਮ ਚੁਕਾਵੈ। ਸਦਾ ਆਨੰਦ ਰਹੈ ਦਿਨ ਰਾਤੀ, ਜਨ ਨਾਨਕ ਅਨ ਦਿਨ ਹਰ ਗੁਣ ਗਾਵੈ। ਮਹਿਲਾ ਚੌਥਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਪਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸਨੋ ਦਿਆਲ ਹੋਵੈ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਬਰਾ ਨਾਮ ਜਪਾਵੈ। ਪੌੜੀ। ਜੋ ਤੁਧ ਸੱਚ ਧਿਆਇਂਦੇ, ਸੇ ਬਿਰਲੇ ਥੋੜੇ। ਮਨ ਚਿਤ ਇੱਕ ਅਰਾਧ ਦੇ, ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ। ਤੁਧਨੋ ਸਭ ਧਿਆਇਂਦੀ ਸੇ, ਥਾਏ ਪਏ ਜੋ ਸਾਹਿਬ ਲੋੜੇ। ਜੋ ਬਿਨ ਸਤਿਗੁਰ ਸੇਵੇ, ਖਾਂਦੇ ਪੈਨ ਦੇ। ਸੇ ਮੁਏ ਮਰ ਜੰਮੇ ਕੋੜੇ। ਓਏ ਹਾਜ਼ਰ ਮਿੱਠਾ ਬੋਲ ਦੇ, ਬਾਹਰ ਵਿਸ ਕਢੈ ਮੁਖ ਘੋਲੇ। ਮਨ ਖੋਟੇ ਦੇ ਵਿਛੋੜੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤ ਸੰਗੀ ਜਨੋ, ਬਹੁਤ ਹੀ ਵਡਭਾਗੇ ਹਾਂ ਜੋ ਕਿ ਰੋਜ਼ਾਨਾ ਹੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਕੀ ਬਾਰ ਮਹਿਲਾ ਚੌਥਾ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 306। ਆਓ ਗੁਰਮੁਖੋ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਦੇ ਸ਼ਲੋਕ ਅੰਦਰ ਕਹਿ ਰਹੇ ਨੇ। ਸ਼ਲੋਕ ਮਹਿਲਾ ਚੌਥਾ। ਅੱਗੋ ਦੇਸਤ ਭਾਉ ਨਾ ਦੀਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੈ। ਅੱਧ ਵਿੱਚ ਫਿਰੈ ਮਨਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੈ। ਮਹਾਰਾਜ ਨੇ ਇੱਕ ਉਦਾਹਰਨ ਦਿੱਤੀ ਹੈ ਜੀ। ਪਾਤਸ਼ਾਹ ਜੀ ਕਹਿ ਰਹੇ ਨੇ ਇਸ ਪਾਵਨ ਪਵਿੱਤਰ ਬਚਨਾਂ ਦੇ ਅੰਦਰ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸਮਝਾ ਰਹੇ ਨੇ, ਮਨ ਦਾ ਮੁਰੀਦ ਬੰਦਾ ਜਿਹੜਾ ਮਨ ਦੇ ਪਿੱਛੇ ਚੱਲਦਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਬੰਦਾ ਮਨ ਦੀ ਮਰਜ਼ੀ ਕਰਦਾ ਹੈ। ਮਨ ਦਾ ਮੁਰੀਦ ਮਨੁੱਖ ਪਹਿਲਾਂ ਤਾਂ ਗੁਰੂ ਦੇ ਚਰਨਾਂ ਨੂੰ ਆਦਰ ਨਹੀਂ ਦਿੰਦਾ, ਪਿੱਛੋਂ ਉਸ ਦੇ ਆਖਣ ਦਾ ਕੋਈ ਲਾਭ ਨਹੀਂ ਹੁੰਦਾ। ਉਹ ਭਾਗਾ ਦੁਚਿੱਤਾ, ਪਾਤਸ਼ਾਹ ਜੀ ਕਹਿੰਦੇ ਭਟਕਦਾ ਫਿਰਦਾ ਰਹਿੰਦਾ ਹੈ। ਇੱਥੇ ਸਤਿਗੁਰੂ ਮਹਾਰਾਜ ਨੇ ਇੱਕ ਗੱਲ ਆਖੀ ਜੀ। ਪਾਤਸ਼ਾਹ ਜੀ ਕਹਿੰਦੇ ਜਦੋਂ ਸਮਾਂ ਸੀ ਤੇਰੇ ਕੋਲ, ਜਦੋਂ ਤੇਰੇ ਕੋਲ ਟਾਈਮ ਸੀ ਕੁਝ ਨਾ ਕੁਝ ਕਰਨ ਦਾ। ਅਕਸਰ ਇਹ ਉਦਾਹਰਨ ਆਪਾਂ ਜਦੋਂ ਸਮਾਜ ਅੰਦਰ ਲਾ ਕੇ ਵੇਖਦੇ ਆ ਨਾ, ਮਾਂ ਤੇ ਪਿਓ ਪਰਿਵਾਰਕ ਤੌਰ 'ਤੇ ਜੇ ਆਪਾਂ ਗੱਲ ਕਰੀਏ, ਬੱਚਿਆਂ ਨੂੰ ਰੋਜ਼ਾਨਾ ਆਪਾਂ ਕਿੰਨਾ ਸਮਝਾਉਂਦੇ ਆ, ਭਾਈ ਤੇਰੇ ਕੋਲ ਪੜ੍ਹਨ ਦਾ ਵੇਲਾ, ਤੇਰੇ ਕੋਲ ਕੁਝ ਕਰਨ ਦਾ ਸਮਾਂ ਹੈ। ਹੁਣ ਜਦੋਂ ਸਮਾਂ ਲੰਘ ਗਿਆ ਫਿਰ ਆਖੇ ਮੈਂ ਪੜ੍ਹਨਾ ਸੀ, ਮੈਂ ਆਹ ਕੰਮ ਕਰਨਾ ਸੀ, ਮੈਂ ਜੇ ਉਦੋਂ ਪੜ੍ਹ ਲੈਂਦਾ, ਜੇ ਆਹ ਕੰਮ ਕਰ ਲੈਂਦਾ। ਹੁਣ ਪਛਤਾਉਣ ਦਾ ਤਾਂ ਕੋਈ ਫਾਇਦਾ ਨਹੀਂ। ਜਦੋਂ ਵੇਲਾ ਸੀ ਉਦੋਂ ਸਾਂਭਿਆ ਨਹੀਂ, ਜਦੋਂ ਤੇਰੇ ਕੋਲ ਟਾਈਮ ਸੀ ਉਦੋਂ ਸਾਂਭਿਆ ਨਹੀਂ। ਮਹਾਰਾਜ ਗੁਰੂ ਰਾਮਦਾਸ ਮਹਾਰਾਜ ਇਹੀ ਗੱਲ ਕਹਿ ਰਹੇ ਨੇ। ਪਾਤਸ਼ਾਹ ਜੀ ਕਹਿੰਦੇ ਜਦੋਂ ਤੇਰੇ ਕੋਲ ਵੇਲਾ ਸੀ ਨਾ ਕੁਝ ਕਰਨ ਦਾ, ਪਾਤਸ਼ਾਹ ਜੀ ਕਹਿੰਦੇ ਅੱਗੋਂ ਦੇਸਤ ਭਾਉ ਨਾ ਦੀਚੈ। ਪਹਿਲਾਂ ਤਾਂ ਆਪਣੀ ਜ਼ਿੰਦਗੀ ਅੰਦਰ ਨਿਰਮਲ ਭਾਉ, ਆਦਰ, ਨੇਕ ਸੁਭਾਅ, ਚੰਗਾ ਸੁਭਾਅ, ਚੰਗਾ ਸਲੂਕ ਅਪਣਾਇਆ ਨਹੀਂ ਹੈ ਜਦੋਂ ਤੇਰੇ ਕੋਲ ਵੇਲਾ ਸੀ। ਪਿੱਛੋਂ ਦੇ ਆਖਿਆ ਕੰਮ ਨਾ ਆਵੇ। ਫਿਰ ਪਿੱਛੋਂ ਕਿੰਨੀਆਂ ਤਰਲੇ ਮਿੰਨਤਾਂ ਕਰੀ ਜਾ, ਡੰਡੌਤਾ ਕਰੀ ਜਾ, ਫਿਰ ਥੋੜ੍ਹੀ ਕੁਝ ਕੰਮ ਆਉਣਾ। ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ ਜਦੋਂ ਤੇਰੇ ਕੋਲ ਵੇਲਾ ਸੀ ਸੁਧਰਨ ਦਾ, ਸਬਰਨ ਦਾ, ਉਦੋਂ ਸਬਰਿਆ ਨਹੀਂ। ਪਿੱਛੋਂ ਤੂੰ ਵੱਡੀਆਂ ਗੱਲਾਂ ਤਾਂ ਕਰੀ ਜਾਣਾ। ਮਹਾਰਾਜ ਕਹਿੰਦੇ ਇਹੋ ਜਿਹਾ ਬੰਦਾ ਪਤਾ ਕਿਹੋ ਜਿਹਾ ਹੁੰਦਾ, ਜਿਹੜਾ ਬਾਅਦ ਵਿੱਚ ਪਛਤਾਉਂਦਾ ਹੈ। ਪਹਿਲਾਂ ਕੁਝ ਕਰਦਾ ਨਹੀਂ, ਫਿਰ ਬਾਅਦ ਵਿੱਚ ਪਛਤੇਵਾ ਕਰਦਾ। ਉਹਦੇ ਬਾਰੇ ਮਹਾਰਾਜ ਕਹਿੰਦੇ ਅੱਧ ਵਿੱਚ ਫਿਰੈ ਮਨਮੁਖ ਵਿਚਾਰਾ। ਮਨ ਦਾ ਮੁਰੀਦ ਅੱਧ ਵਿੱਚ ਰਹਿ ਗਿਆ, ਪੂਰਾ ਚੜਿਆ ਨਹੀਂ, ਪੂਰ ਨਹੀਂ ਚੜਿਆ। ਅੱਧ ਵਿੱਚ ਕਿਉਂ ਰਹਿ ਗਿਆ? ਗੱਲੀ ਕਿਉਂ ਸੁਖ ਪਾਵੈ, ਨਿਰਾ ਗੱਲਾਂ ਕਰਨ ਵਾਲਾ ਸੀ। ਐਸੇ ਲੋਕ ਹੁੰਦੇ ਨੇ ਜੀ ਦੁਨੀਆ ਦੇ ਅੰਦਰ, ਸੰਸਾਰ ਅੰਦਰ। ਇੱਕ ਦਿਨ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ, ਲੜੀ ਤਹਿਤ ਜਦੋਂ ਗੱਲ ਚੱਲੀ ਸੀ, ਫਰੀਦ ਸਾਹਿਬ ਨੇ ਵੀ ਗੱਲ ਆਖੀ ਸੀ। ਫਰੀਦ ਸਾਹਿਬ ਜੀ ਕਹਿੰਦੇ ਗੱਲੀ ਸੋ ਸੱਜਣ ਵੀ ਇੱਕ ਢੁਣੇਂਦੀ ਨਾਲ ਹਾਂ। ਫਰੀਦ ਸਾਹਿਬ ਜੀ ਕਹਿੰਦੇ ਜਦੋਂ ਗੱਲਾਂ ਚੱਲਦੀਆਂ ਨਾ, ਗੱਲਾਂ ਵਾਲੇ ਭਾਵੇਂ 20 ਇਕੱਠੇ ਕਰ ਲਓ, ਕੋਈ ਚੱਜ ਦੀ ਗੱਲ, ਕੋਈ ਚੱਜ ਦੀ ਵਿਚਾਰ ਚਰਚਾ ਤੇ ਮਸਾਂ ਕੋਈ ਸੱਜਣ ਇਕੱਤਰ ਹੁੰਦਾ। ਗੱਲਾਂ ਕਰਨੀਆਂ ਨੇ, ਗੱਪਾਂ ਮਾਰਨੀਆਂ ਨੇ, ਹੋਰ ਊਲ ਜਲੂਲ ਗੱਲਾਂ ਕਰਨੀਆਂ ਨੇ। ਤੁਸੀਂ ਵੇਖੋ ਐਸੇ ਲੋਕ ਵੀ ਨੇ ਵੀ ਉਹਨਾਂ ਗੱਲਾਂ ਨੂੰ ਚਸਕਿਆਂ ਨਾਲ ਸੁਣਿਆ ਜਾਂਦਾ ਹੈ। ਗੁਰਬਾਣੀ ਦੀ ਵਿਚਾਰ ਨੂੰ, ਸਤਿਗੁਰ ਦੀ ਮੱਤ ਨੂੰ ਅਸੀਂ ਕਿਉਂ ਨਹੀਂ ਧਾਰਨ ਕਰਦੇ? ਕਿਉਂਕਿ ਸਾਡੀ ਬਿਰਤੀ, ਸਾਡਾ ਮਨ ਗੱਲਾਂ ਵਿੱਚ ਡਿੱਗ ਗਿਆ। ਅੱਧ ਵਿੱਚ ਫਿਰਿਆ ਮਨਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੈ। ਕੇਵਲ ਮਹਾਰਾਜ ਕਹਿੰਦੇ ਗੱਲਾਂ ਦੇ ਨਾਲ ਨਹੀਂ ਸੁੱਖ ਮਿਲਦਾ, ਗੱਲਾਂ ਦੇ ਨਾਲ ਨਹੀਂ ਕੁਝ ਬਣਦਾ, ਕੁਝ ਕਰਨਾ ਪੈਂਦਾ ਹੈ, ਕੁਝ ਅਪਣਾਉਣ ਦੇ ਲਈ ਕੁਝ ਛੱਡਣਾ ਪੈਂਦਾ ਹੈ। ਫਿਰ ਮਹਾਰਾਜ ਕਹਿੰਦੇ ਜ਼ਿੰਦਗੀ ਵਿੱਚ ਕੁਝ ਨਾ ਕੁਝ ਪ੍ਰਾਪਤ ਕਰ ਸਕਦੇ ਹਾਂ। ਅੱਗੇ ਮਹਾਰਾਜ ਕਹਿ ਰਹੇ ਨੇ ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ। ਜਿਨ੍ਹਾਂ ਦੇ ਅੰਦਰ ਸਤਿਗੁਰ ਪ੍ਰਤੀ ਪਿਆਰ ਨਹੀਂ ਹੈ, ਪ੍ਰੀਤ ਨਹੀਂ ਹੈ, ਮਹਾਰਾਜ ਕਹਿੰਦੇ ਸੋ ਕੂੜੀ ਆਵੈ ਕੂੜੀ ਜਾਵੈ। ਉਹ ਝੂਠ ਵਿੱਚ ਲੋਕਾਚਾਰੀ ਕਰਦਾ, ਦਿਖਾਵਾ ਕਰਦਾ, ਉਹ ਝੂਠਾ ਰਹਿ ਜਾਂਦਾ, ਕੂੜ ਵਿੱਚ ਲੁਪਤ ਰਹਿ ਜਾਂਦਾ, ਕਿਉਂਕਿ ਉਹਦੇ ਅੰਦਰ ਪ੍ਰੀਤ ਨਹੀਂ ਬਣੀ, ਪਿਆਰ ਨਹੀਂ ਬਣਿਆ। ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ,
ਜੇ ਕਿਤੇ ਉਹ ਅਕਾਲ ਪੁਰਖ ਵਾਹਿਗੁਰੂ ਮੇਰਾ ਪ੍ਰਮਾਤਮਾ ਕਿਰਪਾ ਕਰ ਦੇਵੇ ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੈ। ਫਿਰ ਸਤਿਗੁਰ ਮਹਾਰਾਜ ਕਹਿ ਰਹੇ ਨੇ, ਸਤਿਗੁਰੂ ਪਾਰ ਬ੍ਰਹਮ ਦਾ ਰੂਪ ਆ ਜਿਹੜਾ, ਉਹ ਸਤਿਗੁਰੂ ਦਾ ਸ਼ਬਦ ਰੂਪੀ ਅੰਮ੍ਰਿਤ ਪੀ ਕੇ ਦਿਸ ਪੈਂਦਾ ਹੈ, ਉਹਦਾ ਚਿੰਤਾ ਝੋਰਾ ਖਤਮ ਹੋ ਜਾਂਦਾ ਹੈ। ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੈ, ਤਾਂ ਅਪਿਓ ਪੀਵੈ ਸ਼ਬਦ ਗੁਰ ਕੇਰਾ। ਅਪਿਓ ਦਾ ਅਰਥ ਹੁੰਦਾ ਜੀ ਅੰਮ੍ਰਿਤ, ਆਤਮਿਕ ਜੀਵਨ ਦੇਣ ਵਾਲਾ ਨਾਮ ਜਲ। ਹੁਣ ਇਹਨੂੰ ਧਿਆਨ ਨਾਲ ਸਮਝਿਓ। ਸਤਿਗੁਰ ਮਹਾਰਾਜ ਕਹਿੰਦੇ ਅਪਿਓ ਪੀਵੈ ਸ਼ਬਦ ਗੁਰ ਕੇਰਾ। ਸ਼ਬਦ ਸੁਣਨਾ, ਹੁਣ ਤੁਸੀਂ ਇੱਥੇ ਬੈਠੇ ਹੋ ਗੁਰੂ ਕੇ ਦਰਬਾਰ ਅੰਦਰ, ਤੁਸੀਂ ਗੁਰੂ ਦੀ ਬਾਣੀ ਸੁਣ ਰਹੇ ਹੋ, ਸ਼ਬਦ ਸੁਣ ਰਹੇ ਹੋ, ਤੁਸੀਂ ਅੰਮ੍ਰਿਤ ਪੀ ਰਹੇ ਹੋ। ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਮਨੁੱਖ ਗੁਰਬਾਣੀ ਸੁਣਦਾ ਹੈ, ਗੁਰਬਾਣੀ ਤੇ ਅਮਲ ਕਰਦਾ ਹੈ, ਉਹ ਅੰਮ੍ਰਿਤ ਪੀ ਰਿਹਾ ਹੈ। ਇੱਥੇ ਆਪਾਂ ਜਿੰਨੇ ਬਹਿਨੇ ਆ ਨਾ ਗੁਰੂ ਕੇ ਦਰਬਾਰ ਅੰਦਰ, ਸਾਰੇ ਸ਼ਬਦ ਵਿੱਚੋਂ ਅੰਮ੍ਰਿਤ ਪੀਂਦੇ ਆ। ਇਹ ਅੰਮ੍ਰਿਤ ਕੌਣ ਪੀਂਦਾ? ਸਾਡਾ ਮਨ ਪੀਂਦਾ ਹੈ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਮਨ ਪੀ ਰਿਹਾ ਹੈ ਕਿ ਅੰਮ੍ਰਿਤ ਸ਼ਬਦ ਵਿਚਾਰ ਸੁਣ ਕੇ। ਅੱਗੇ ਮਹਾਰਾਜ ਕਹਿੰਦੇ ਅਪਿਓ ਪੀਵੈ ਸ਼ਬਦ ਗੁਰ ਕੇਰਾ, ਸਭ ਕਾੜਾ ਅੰਦੇਸ਼ਾ ਭਰਮ ਚੁਕਾਵੈ। ਸਤਿਗੁਰ ਮਹਾਰਾਜ ਕਹਿੰਦੇ ਸਾਰੀਆਂ ਚਿੰਤਾ ਝੋਰੇ ਕਾੜਾ ਅੰਦੇਸ਼ਾ ਸਤਿਗੁਰੂ ਅੰਦਰ ਦਾ ਭਰਮ ਚੁਕਾ ਦਿੰਦਾ। ਗੁਰੂ ਦਾ ਅੰਮ੍ਰਿਤ ਸਦਾ ਆਨੰਦ ਰਹਿ ਦਿਨ ਰਾਤੀ, ਜਨ ਨਾਨਕ ਅਨ ਦਿਨ ਹਰ ਗੁਣ ਗਾਵੈ। ਅੰਮ੍ਰਿਤ ਪੀ ਕੇ ਮਨੁੱਖ ਖਿੜਿਆ ਰਹਿੰਦਾ ਹੈ। ਅੰਮ੍ਰਿਤ ਪੀ ਕੇ ਮਨੁੱਖ ਦਿਨ ਅਤੇ ਰਾਤ ਟਿਕਾ ਦੇ ਵਿੱਚ ਰਹਿੰਦਾ ਹੈ, ਉਸ ਮਾਲਕ ਦੇ, ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਅੱਗੇ ਮਹਾਰਾਜ ਕਹਿ ਰਹੇ ਨੇ ਅਗਲੇ ਸ਼ਲੋਕ ਅੰਦਰ, ਸਿੱਖ ਦੀ ਪਰਿਭਾਸ਼ਾ ਦੱਸ ਰਹੇ ਨੇ। ਆਪਾਂ ਵਿਚਾਰ ਰਹੇ ਸੀ ਜੀ ਅੰਮ੍ਰਿਤ ਕਿਵੇਂ ਪੀਣਾ, ਕਿਵੇਂ ਇਸ਼ਨਾਨ ਕਰਨਾ। ਅੱਗੇ ਗੁਰੂ ਸਾਹਿਬ ਜੀ ਨੇ ਗੱਲ ਕਲੀਅਰ ਕਰ ਦਿੱਤੀ। ਮਹਾਰਾਜ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਜੋ ਮਨੁੱਖ ਸਤਿਗੁਰੂ ਦਾ ਸੱਚਾ ਸਿੱਖ ਅਖਵਾਉਂਦਾ ਹੈ ਨਾ, ਭਾਵ ਜਿਸ ਨੂੰ ਲੋਕ ਸੱਚਾ ਸਿੱਖ ਆਖਦੇ ਨੇ, ਉਹ ਸਵੇਰੇ ਉੱਠ ਕੇ ਹਰ ਨਾਮ ਦਾ, ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ। ਸਿੱਖ ਦੀਆਂ ਇਹ ਨਿਸ਼ਾਨੀਆਂ ਨੇ। ਕੇਵਲ ਪਹਿਰਾਵਾ ਪਾ ਕੇ ਸਿੱਖ ਨਹੀਂ ਬਣਿਆ ਜਾਣਾ। ਸਿੱਖ ਬਣਨ ਦੇ ਲਈ ਕਮਾਈ ਕਰਨੀ ਪੈਂਦੀ ਹੈ। ਸਿੱਖ ਬਣਨ ਦੇ ਲਈ ਜੀਵਨ ਜਾਂਚ ਬਣਾਉਣੀ ਪੈਂਦੀ ਹੈ। ਮੈਂ ਬਹੁਤ ਵਾਰ ਗੱਲ ਕੀਤੀ ਹੈ, ਕਈ ਵਾਰ ਬੰਦਾ ਧਰਮ ਦੀ ਵਰਦੀ ਪਾ ਕੇ, ਧਰਮ ਦਾ ਪਹਿਰਾਵਾ ਪਾ ਕੇ ਕੰਮ ਕਿਹੜੇ ਕਰਦਾ? ਅਪਰਾਧੀਆਂ ਵਾਲੇ। ਕੰਮ ਕਿਹੜੇ ਕਰਦਾ? ਬੇਈਮਾਨਾਂ ਵਾਲੇ, ਠੱਗੀਆਂ ਵਾਲੇ। ਕਈ ਵਾਰ ਬੰਦਾ ਧਰਮ ਦਾ ਪਹਿਰਾਵਾ ਤਾਂ ਹੀ ਪਾਉਂਦਾ ਵੀ ਇਸ ਪਹਿਰਾਵੇ ਅੰਦਰ ਮੇਰੀ ਲੋਕਾਂ ਨੂੰ ਪਛਾਣ ਨਹੀਂ ਆਉਣੀ। ਲੋਕ ਲੁੱਟੇ ਵੀ ਜਾਂਦੇ ਨੇ, ਠੱਗੇ ਵੀ ਜਾਂਦੇ ਨੇ। ਕਿਉਂ? ਕਿਉਂਕਿ ਅਗਲਾ ਵਿਸ਼ਵਾਸ ਪਤਾ ਕਿਤੇ ਕਰਦਾ? ਗੁਰੂ ਦੇ ਬਾਣੇ ਤੇ ਵਿਸ਼ਵਾਸ ਕਰਦਾ ਵੀ ਨਹੀਂ, ਇਹ ਤਾਂ ਗੁਰੂ ਦਾ ਸਿੱਖ ਹੈ, ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦਾ। ਸਾਡਾ ਸਮਾਜ ਤਾਂ ਕਰਕੇ ਅਸੀਂ ਜਦੋਂ ਬੰਦੇ ਦੇ ਕਿਰਦਾਰ ਦੀ ਗੱਲ ਕਰਦੇ ਹਾਂ, ਕਰੈਕਟਰ ਦੀ ਗੱਲ ਕਰਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਵੀ ਇਹ ਅੰਦਰੋਂ ਕੀ ਹੈ ਤੇ ਬਾਹਰੋਂ ਕੀ ਹੈ। ਮਹਾਰਾਜ ਨੇ ਸਿੱਖ ਦੀ ਪਰਿਭਾਸ਼ਾ ਦੱਸੀ। ਮਹਾਰਾਜ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ। ਪਾਤਸ਼ਾਹ ਜੀ ਕਹਿ ਰਹੇ ਨੇ ਸਵੇਰੇ ਉੱਠ ਕੇ ਰੋਜ਼ ਨਾਮ ਧਿਆਵੇ। ਅਤੇ ਮਹਾਰਾਜ ਕਹਿੰਦੇ ਭਲ ਕੇ ਦਾ ਅਰਥ ਹੈ ਜੀ ਸਵੇਰ। ਸਵੇਰੇ ਉੱਠ ਕੇ ਹਰ ਨਾਮ ਧਿਆਉਂਦਾ, ਉਦਮ ਕਰਦਾ। ਮਹਾਰਾਜ ਕਹਿੰਦੇ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਇਸ਼ਨਾਨ ਕਰਕੇ ਪਾਤਸ਼ਾਹ ਜੀ ਕਹਿ ਰਹੇ ਨੇ, ਇੱਥੇ ਸਮਝਾ ਰਹੇ ਨੇ, ਅੰਮ੍ਰਿਤ ਦੇ ਸਰੋਵਰ ਵਿੱਚ ਚੁੱਭੀ ਲਾਉਂਦਾ। ਅੰਮ੍ਰਿਤਸਰ ਵਿੱਚ ਨਹਾਉਣ ਦਾ ਅਰਥ ਕੀ ਹੈ ਜੀ? ਅੰਮ੍ਰਿਤ ਰੂਪੀ ਸਰੋਵਰ ਅੰਦਰ ਮਨ ਦੀ ਚੁੱਭੀ ਲਵਾਉਣੀ। ਗਿਆਨ ਵਾਲੇ ਸਰੋਵਰ ਅੰਦਰ, ਗੁਰਬਾਣੀ ਵਾਲੇ ਸਰੋਵਰ ਅੰਦਰ ਮਨ ਦਾ ਇਸ਼ਨਾਨ ਕਰਾਉਣਾ। ਚੇਤੇ ਕਰਿਓ ਜੀ, ਧਨ ਨੂੰ ਤਾਂ ਅਸੀਂ ਰੋਜ਼ ਹੀ ਧੋਨੇ ਆ, ਇਸ ਚੰਮ ਨੂੰ ਤਾਂ ਅਸੀਂ ਰੋਜ਼ ਹੀ ਧੋਨੇ ਆ, ਇਸ਼ਨਾਨ ਕਰਾਉਂਦੇ ਆ। ਸਤਿਗੁਰੂ ਮਹਾਰਾਜ ਕਹਿੰਦੇ
ਕਹਿੰਦੇ ਕਦੇ ਮਨ ਧੋਇਆ ਤੈਂ? ਚੰਮ ਤਾਂ ਸਰੀਰ ਦੀ ਸਫਾਈ ਤਾਂ ਆਪਾਂ ਰੋਜ਼ ਹੀ ਕਰਦੇ ਹਾਂ। ਤੁਸੀਂ ਵੇਖੋਗੇ ਧਾਰਮਿਕ ਅਦਾਰਿਆਂ ਅੰਦਰ, ਤੀਰਥਾਂ ਦੇ ਉੱਤੇ ਕਿਵੇਂ ਚੁੱਭੀਆਂ ਲਾਈਆਂ ਜਾਂਦੀਆਂ ਨੇ, ਪਰ ਕਦੇ ਮਨ ਦੀ ਚੁੱਭੀ ਕੋਈ ਬਿਰਲਾ ਮਨੁੱਖ ਲਵਾਉਂਦਾ ਹੈ। ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ ਉਸ ਅੰਮ੍ਰਿਤ ਸਰੋਵਰ ਦੇ ਅੰਦਰ, ਅੰਮ੍ਰਿਤ ਸਰੋਵਰ ਦੇ ਅੰਦਰ ਕਦੇ ਮਨ ਦੀ ਚੁੱਭੀ ਵੀ ਲਵਾ ਲਿਆ ਕਰ। ਸਤਿਗੁਰੂ ਦੇ ਉਪਦੇਸ਼ ਦੁਆਰਾ ਮਹਾਰਾਜ ਕਹਿੰਦੇ ਪ੍ਰਭੂ ਦਾ ਨਾਮ ਜਪਦਾ ਹੈ, ਇਸ ਤਰ੍ਹਾਂ ਉਹ ਸਾਰੇ ਪਾਪ ਦੂਰ ਕਰ ਲੈਂਦਾ ਹੈ, ਵਿਕਾਰ ਲਾ ਦਿੰਦਾ ਹੈ। ਅੰਮ੍ਰਿਤ ਸਰਨਾਵੈ, ਅੱਗੇ ਮਹਾਰਾਜ ਕਹਿ ਰਹੇ ਨੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਗੁਰੂ ਦੇ ਉਪਦੇਸ਼ ਨੂੰ ਜਪਦਾ ਧਿਆਉਂਦਾ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਸਾਰੇ ਕਿਲ ਵਿਖ, ਸਾਰੇ ਪਾਪ ਲੈ ਜਾਂਦੇ ਨੇ। ਅੱਗੇ ਮਹਾਰਾਜ ਕਹਿ ਰਹੇ ਨੇ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਪਾਤਸ਼ਾਹ ਜੀ ਕਹਿੰਦੇ ਉਹ ਮਨੁੱਖ ਜੋ ਗੁਰੂ ਦੇ ਨਾਮ ਨੂੰ ਜਪਦਾ ਧਿਆਉਂਦਾ, ਉਹ ਹਰ ਵੇਲੇ ਚੜ੍ਹੈ ਦਿਵਸ, ਦਿਨ ਚੜ੍ਹਦੇ ਸਾਰ ਹੀ ਸਤਿਗੁਰ ਦੀ ਬਾਣੀ ਗਾਉਂਦਾ ਹੈ, ਸਤਿਗੁਰ ਦੀ ਬਾਣੀ ਨੂੰ ਜ਼ਿੰਦਗੀ ਦਾ ਆਧਾਰ ਬਣਾਉਂਦਾ ਹੈ। ਪਾਤਸ਼ਾਹ ਜੀ ਕਹਿੰਦੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਬਹਿੰਦਿਆਂ ਵੀ ਉੱਠਦਿਆਂ ਵੀ ਉਹ ਰੱਬ ਦੇ ਨਾਮ ਨੂੰ ਧਿਆਉਂਦਾ ਹੈ। ਚੇਤੇ ਕਰਿਓ ਜੀ, ਬਾਣੀ ਅੰਦਰ ਇਹ ਸ਼ਬਦ ਬਹੁਤ ਵਾਰ ਆਉਂਦੇ ਨੇ, ਸਾਸ ਹਰ ਸਾਹ ਨਾਲ ਜਪਣਾ, ਬਹਿੰਦਿਆਂ ਉੱਠਦਿਆਂ ਨਾਮ ਜਪਣਾ। ਸਾਨੂੰ ਲੱਗਦਾ ਵੀ ਜੇ ਅਸੀਂ ਰੱਬ ਕਵਾਂਗੇ, ਅੱਲਾ ਕਵਾਂਗੇ, ਫੇਰ ਬਹਿੰਦਿਆਂ ਉੱਠਦਿਆਂ ਨਾਮ ਜਪਿਆ ਜਾਵੇਗਾ। ਚੇਤੇ ਕਰਿਓ ਇਹਦਾ ਭਾਵ ਪਤਾ ਕੀ ਹੈ, ਜ਼ਿੰਦਗੀ ਅੰਦਰ ਉਹ ਸੱਚਾ ਨਾਮ ਆ ਜਾਣਾ। ਕਈ ਵਾਰ ਬੰਦੇ ਦੀ ਜ਼ਬਾਨ ਰੱਬ ਰੱਬ ਕਰਦੀ ਹੈ, ਜ਼ਬਾਨ ਅੱਲਾ ਅੱਲਾ ਕਰੀ ਜਾਂਦੀ ਹੈ, ਵਾਹਿਗੁਰੂ ਵਾਹਿਗੁਰੂ ਕਰੀ ਜਾਂਦੀ ਹੈ, ਅੰਦਰ ਖੋਟ ਪਏ ਹੁੰਦੇ ਨੇ ਬਹੁਤ ਜ਼ਿਆਦਾ, ਫਿਰ ਉਹਦਾ ਨਾਮ ਜਪਣ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ। ਜ਼ਬਾਨ ਰੱਬ ਰੱਬ ਕਰੀ ਜਾਂਦੀ ਹੈ, ਇੱਕ ਦੂਜੇ ਵੱਲ ਵੇਖ ਕੇ ਅਸੀਂ ਅੰਦਰੋਂ ਅੰਦਰ ਹੀ ਸੜੀ ਜਾਂਦੇ ਹਾਂ। ਕੀ ਫਾਇਦਾ ਇਹੋ ਜਿਹੇ ਨਾਮ ਦਾ? ਗੁਰਬਾਣੀ ਸਾਨੂੰ ਇਹ ਕਹਿੰਦੀ ਹੈ ਜੇ ਤੂੰ ਰਸਨਾ ਦੇ ਨਾਲ ਜਪਦਾ ਨਾ, ਉਹਦਾ ਸਵਾਦ ਵੀ ਅੰਦਰ ਆਵੇ, ਤੇਰੇ ਅੰਦਰੋਂ ਬੈਰ ਵਿਰੋਧ ਭੇਦ ਭਾਵ ਖਤਮ ਹੋਣਾ ਚਾਹੀਦਾ। ਇਹਨੂੰ ਤਾਂ ਕਿਹਾ ਮਹਾਰਾਜ ਕਹਿੰਦੇ ਫਿਰ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਜਦੋਂ ਕਿਰਦਾਰ ਦੇ ਅੰਦਰ ਫਰਕ ਪੈ ਗਿਆ, ਜੀਵਨ ਅੰਦਰ ਫਰਕ ਪੈ ਗਿਆ, ਤੇਰੇ ਸੁਭਾਅ ਅੰਦਰ ਫਰਕ ਪੈ ਗਿਆ, ਨਾਮ ਤੇਰੇ ਅੰਦਰ ਚੱਲ ਰਿਹਾ ਹੈ। ਰੌਲਾ ਪਾਉਣ ਦੀ ਲੋੜ ਨਹੀਂ ਪੈਂਦੀ, ਦੱਸਣ ਦੀ ਲੋੜ ਨਹੀਂ ਪੈਂਦੀ। ਜਦੋਂ ਸਾਡਾ ਆਪਸੀ ਪਰਿਵਾਰਕ ਤੌਰ 'ਤੇ ਪਿਆਰ ਬਣ ਗਿਆ, ਬਹੁਤ ਵੱਡੀ ਕਈ ਵਾਰ ਰਿਸ਼ਤਿਆਂ ਨਾਤੇ ਅੰਦਰ ਤਰੇੜਾਂ ਪੈ ਜਾਂਦੀਆਂ ਨੇ, ਫਰਕ ਪੈ ਜਾਂਦੇ ਨੇ, ਕਿਉਂਕਿ ਸੁਭਾਅ ਨਹੀਂ ਮਿਲਿਆ, ਵਿਚਾਰ ਨਹੀਂ ਮਿਲੀ। ਅਕਸਰ ਮੈਂ ਇਹੋ ਬੇਨਤੀ ਕਰਦਾ ਹੁੰਦਾ ਜੀ, ਸਾਡੇ ਸੁਭਾਅ ਦੇ ਅੰਦਰ ਫਰਕ ਪੈਣਾ ਬਹੁਤ ਜ਼ਰੂਰੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਪ੍ਰਵਾਨ ਕਰ ਲੈਣਗੇ ਜਿਸ ਦਿਨ ਸਾਡੇ ਸੁਭਾਅ ਅੰਦਰ ਫਰਕ ਪੈ ਗਿਆ। ਇਹੀ ਗੁਰਬਾਣੀ ਕਹਿੰਦੀ ਹੈ। ਅੱਗੇ ਮਹਾਰਾਜ ਕਹਿੰਦੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਹਰ ਸਾਹ ਦੇ ਨਾਲ, ਹਰ ਗ੍ਰਾਹੀ ਦੇ ਨਾਲ ਧਿਆਉਂਦਾ, ਇਹੋ ਜਿਹਾ ਗੁਰੂ ਸਿੱਖ ਪਾਤਸ਼ਾਹ ਜੀ ਕਹਿੰਦੇ ਮੇਰੇ ਮਨ ਨੂੰ ਚੰਗਾ ਲੱਗਦਾ ਹੈ। ਜਿਸਨੋਂ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਜਿਹਦੇ ਉੱਤੇ ਦਿਆਲ, ਦਇਆ ਦਾ ਘਰ ਦਿਆਲੂ, ਕਿਰਪਾਲੂ, ਉਹ ਦਇਆ ਕਰਦਾ। ਪਾਤਸ਼ਾਹ ਜੀ ਕਹਿ ਰਹੇ ਨੇ ਉਹ ਗੁਰਸਿੱਖ ਨੂੰ ਸਤਿਗੁਰੂ ਸਿੱਖਿਆ ਦਿੰਦਾ ਹੈ। ਅੱਗੇ ਮਹਾਰਾਜ ਕਹਿ ਰਹੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਬਰਾ ਨਾਮ ਜਪਾਵੈ। ਅਖੀਰ ਦੇ ਵਿੱਚ ਦਾਸ ਨਾਨਕ ਵੀ ਉਸ ਗੁਰਸਿੱਖ ਦੀ ਚਰਨਾਂ ਦੀ ਧੂੜ ਮੰਗਦਾ ਹੈ, ਜੋ ਨਾਮ ਆਪ ਜਪਦਾ ਹੈ ਤੇ ਹੋਰਨਾਂ ਨੂੰ ਜਪਾਉਂਦਾ। ਇਹ ਨਿਮਰਤਾ ਭਾਵ ਦੇ ਵਿੱਚ ਕਈਆਂ ਗੱਲਾਂ ਨੇ ਜੀ। ਹੁਣ ਚਰਨ ਧੂੜ ਦਾ ਅਰਥ ਇਹ ਨਾ ਲੈ ਲਓ ਵੀ ਪੈਰਾਂ ਦੀ ਮਿੱਟੀ ਜਾ ਕੇ ਮੱਥੇ ਨਾਲ ਲਾਈ ਜਾਈ। ਸਾਡਾ ਤਾਂ ਸਮਾਜ, ਅਸੀਂ ਰੋਜ਼ਾਨਾ ਬਾਣੀ ਦੇ ਭਾਵ ਨੂੰ ਪੜ੍ਹਦੇ ਹਾਂ, ਕਿੰਨਾ ਲੰਮਾ ਸਮਾਂ ਹੋ ਗਿਆ ਬਾਣੀ ਦੇ ਅਰਥਾਂ ਨੂੰ ਪੜ੍ਹਦੇ ਹਾਂ। ਸੰਤੁਸ਼ਟੀ ਸਾਡੀ ਪਤਾ ਕਦੋਂ ਹੁੰਦੀ? ਜਦੋਂ ਅਸੀਂ ਪੈਰਾਂ ਵਾਲਾ ਗੰਦਾ ਪਾਣੀ ਪੀ ਲੈਂਦੇ ਹਾਂ। ਕਿੱਦਾਂ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ? ਗੁਰਬਾਣੀ ਅੰਮ੍ਰਿਤ ਕਿਹੜਾ ਕਹਿੰਦੀ ਹੈ, ਅਸੀਂ ਕਿੱਥੇ ਖੜ ਗਏ ਹਾਂ? ਇਹਨੂੰ ਕਰਮਕਾਂਡ ਕਹਿ ਸਕਦੇ ਹਾਂ ਜੀ। ਇਹ
ਕਰਮ ਕਾਂਡ ਹੈ ਜੋ ਅਸੀਂ ਕਰਦੇ ਹਾਂ ਵੀ ਚਲੋ ਜੀ ਪਾਣੀ ਦਾ ਛਿੱਟਾ ਦੇ ਕੰਮ ਚੱਲ ਜਾਊਗਾ, ਕੰਮ ਬਣ ਜਾਊ। ਨਹੀਂ, ਜਿੰਨਾ ਚਿਰ ਗੁਰਬਾਣੀ ਜ਼ਿੰਦਗੀ ਦਾ ਆਧਾਰ ਨਹੀਂ ਬਣਦੀ ਉਹਨਾਂ ਚਿਰ ਕੁਝ ਨਹੀਂ ਸਵਰ ਸਕਦਾ। ਸਭ ਤੋਂ ਵੱਡੀ ਗੱਲ ਆ ਗੁਰਬਾਣੀ ਦੀ ਵਿਚਾਰ। ਅੱਗੇ ਪੌੜੀ ਦੇ ਅੰਦਰ ਮਹਾਰਾਜ ਕਹਿ ਰਹੇ ਨੇ, ਜੋ ਤੁਧ ਸੱਚ ਧਿਆਇਂਦੇ ਸੇ ਬਿਰਲੇ ਥੋੜੇ, ਜਿਹੜੇ ਸੱਚ ਦਾ ਵਪਾਰ ਕਰਦੇ ਨੇ ਨਾ, ਵਣਜ ਕਰਦੇ ਨੇ। ਮਹਾਰਾਜ ਕਹਿੰਦੇ ਬਿਰਲੇ ਨੇ, ਕੋਟਨ ਮੈਂ, ਕਰੋੜਾਂ ਦੇ ਵਿੱਚੋਂ ਇੱਕੋ ਹੀ ਹੈ ਕੋਈ। ਜੋ ਮਨ ਚਿਤ ਇੱਕ ਅਰਾਧ ਦੇ, ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ। ਮਹਾਰਾਜ ਕਹਿੰਦੇ ਜੋ ਇਕਾਗਰ ਚਿਤ ਹੋ ਕੇ ਉਹਨੂੰ ਧਿਆਉਂਦੇ ਨੇ, ਉਹਦੀ ਆਰਾਧਨਾ ਕਰਦੇ ਨੇ, ਉਹਨਾਂ ਦੀ ਕਮਾਈ ਬੇਅੰਤ ਜੀਵ ਖਾਂਦੇ ਨੇ। ਤੁਧਨੋਂ ਸਭ ਧਿਆਇਂਦੀ ਸੇ ਥਾਏ ਪਏ, ਜੋ ਸਾਹਿਬ ਲੋੜੇ। ਜਿਹੜੇ ਤੈਨੂੰ ਧਿਆਉਂਦੇ ਨੇ, ਯਾਦ ਕਰਦੇ ਨੇ, ਉਹ ਥਾਏ ਪੈ ਜਾਂਦੇ ਨੇ। ਉਹਨਾਂ ਦੀ ਹਰ ਇੱਕ ਲੋੜਾਂ ਗੁਰੂ ਪੂਰੀਆਂ ਕਰਦਾ ਹੈ। ਜੋ ਬਿਨ ਸਤਿਗੁਰੂ ਸੇਵੇ ਖਾਂਦੇ ਪਹਿਨਦੇ, ਸੇ ਮੋਏ ਮਰ ਜੰਮੇ ਕੋੜੇ। ਮਹਾਰਾਜ ਨੇ ਬੜੀ ਪਿਆਰੀ ਗੱਲ ਆਖੀ ਜੀ, ਜਿਹੜੇ ਸਤਿਗੁਰੂ ਦੀ ਸੇਵਾ ਤੋਂ ਬਿਨਾਂ ਅਕਾਲ ਪੁਰਖ ਵਾਹਿਗੁਰੂ ਨੂੰ ਜ਼ਿੰਦਗੀ ਅੰਦਰ ਜਿਹੜੇ ਵਿਸਾਰ ਦਿੰਦੇ ਨੇ, ਉਹਨਾਂ ਦਾ ਖਾਣਾ ਤੇ ਪਹਿਨਣਾ ਵੀ ਤਿਰਕਾਰਯੋਗ ਹੈ, ਫਿਟਕਾਰਯੋਗ ਹੈ। ਮਹਾਰਾਜ ਕਹਿੰਦੇ, ਪਾਤਸ਼ਾਹ ਜੀ ਕਹਿੰਦੇ, ਉਹ ਮਰ ਕਿਉਂ ਨਹੀਂ ਜਾਂਦੇ, ਉਹ ਕੋੜੇ ਕਿਉਂ ਨਹੀਂ ਬਣ ਜਾਂਦੇ, ਕੋੜੀ ਕਿਉਂ ਨਹੀਂ ਬਣ ਜਾਂਦੇ? ਉਹ ਕੋੜੀ ਲੋਕ ਨੇ ਜਿਹੜੇ ਇੱਕ ਰੱਬ ਨੂੰ, ਇੱਕ ਮਾਲਕ ਨੂੰ ਨਹੀਂ ਧਿਆਉਂਦੇ। ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ ਜੀ, ਫੈਸਲਾ ਸਾਡੇ ਹੱਥ ਵਿੱਚ ਹੈ, ਅਸੀਂ ਬਣਨਾ ਕੀ ਆ। ਅੱਗੇ ਮਹਾਰਾਜ ਕਹਿ ਰਹੇ ਨੇ, ਓਏ ਹਾਜ਼ਰ ਮਿੱਠਾ ਬੋਲਦੇ, ਬਾਹਰ ਬਿਸ ਕੱਢੇ ਮਕੋਲੇ। ਮਹਾਰਾਜ ਕਹਿ ਰਹੇ ਨੇ, ਇਹੋ ਜਿਹੇ ਲੋਕ ਉੱਪਰੋਂ ਮਿੱਠਾ ਬਹੁਤ ਬੋਲਦੇ ਨੇ। ਪਾਤਸ਼ਾਹ ਜੀ ਕਹਿੰਦੇ, ਮਨੁੱਖ ਸਾਹਮਣੇ ਕੇਵਲ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ, ਪਰ ਪਿੱਠ ਪਿੱਛੇ ਵਿਸ ਘੋਲਦੇ ਨੇ, ਜ਼ਹਿਰ ਘੋਲਦੇ ਨੇ, ਭਾਵ ਰੱਜ ਕੇ ਨਿੰਦਿਆ ਕਰਦੇ ਨੇ। ਪਾਤਸ਼ਾਹ ਜੀ ਕਹਿੰਦੇ, ਉਹ ਹਾਜ਼ਰ ਮਿੱਠਾ, ਸਾਹਮਣੇ ਤਾਂ ਮਿੱਠਾ ਬੋਲ ਦਿੱਤਾ, ਪਰ ਅੰਦਰ ਜ਼ਹਿਰ ਘੋਲੀ ਜਾ ਰਹੇ ਨੇ। ਇਹੋ ਜਿਹੇ ਲੋਕ ਕੌਣ ਨੇ? ਪਾਤਸ਼ਾਹ ਜੀ ਕਹਿੰਦੇ, ਉਹ ਹਾਜ਼ਰ ਮਿੱਠਾ ਬੋਲਦੇ, ਬਾਹਰ ਬਿਸ ਕੱਢੇ ਮਕੋਲੇ, ਮਨ ਖੋਟੇ ਦੇ ਵਿਛੋੜੇ। ਇਹੋ ਜਿਹੇ ਖੋਟੇ ਮਨ ਵਾਲੇ ਗੁਰੂ ਨੇ ਵਿਛੋੜ ਦਿੱਤੇ ਨੇ। ਇਹੋ ਜਿਹੇ ਖੋਟੇ ਮਨ ਵਾਲੇ ਗੁਰੂ ਕਿਰਪਾ ਕਰੇ ਜੀ। ਅਸੀਂ ਆਪਾਂ ਜਿਹੜੀ ਰੂਟੀਨ ਦੇ ਵਿੱਚ ਇੱਕ ਲੜੀ ਤਹਿਤ ਵਿਚਾਰ ਕਰਦੇ ਹਾਂ, ਗੌੜੀ ਕੀ ਵਾਰ ਮਹਿਲਾ ਚੌਥਾ।